सत श्री अकाल, तुसी विजन पंजाब टीवी देख रहे हो। मैं हाँ रवि संग्राहुर। अज भारतीय किसान यूनीयन 30 ਜਿਹੜੀਆਂ ਇਸ ਵੇਲੇ ਕੰਮ ਕਰ ਰਹੀਆਂ, ਇਸ ਤੋਂ ਪਹਿਲਾਂ 31 ਸੀ, ਇੱਕ ਜਥੇਬੰਦੀ ਨੂੰ ਪਾਸੇ ਕਰ ਦਿੱਤਾ ਗਿਆ। ਕੀ ਕਾਰਨ ਰਹੇ, ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਅੱਜ ਇੱਕ ਅਹਿਮ ਮੀਟਿੰਗ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਹੋਈ ਹੈ। ਕੇਂਦਰ ਸਰਕਾਰ ਦੇ ਵੱਲੋਂ ਬੁਲਾਵਾ ਕਿਸਾਨ ਜਥੇਬੰਦੀਆਂ ਨੂੰ, ਕਿਸਾਨ ਨੁਮਾਇੰਦਿਆਂ ਨੂੰ ਆਇਆ ਸੀ। ਮੰਨਿਆ ਜਾ ਰਿਹਾ ਸੀ ਕਿ ਇਸ ਬੁਲਾਵੇ ਦੇ ਵਿੱਚ ਕਿਸਾਨਾਂ ਦਾ ਕੋਈ ਨਾ ਕੋਈ ਹੱਲ ਹੋ ਸਕਦਾ ਹੈ। ਕੇਂਦਰ ਸਰਕਾਰ ਕਿਸਾਨਾਂ ਵੱਲੋਂ ਵਿੱਢੇ ਸੰਘਰਸ਼ ਦੇ ਕਾਰਨ ਝੁਕ ਗਈ ਹੈ, ਇਸ ਕਰਕੇ ਉਹਨਾਂ ਨੇ ਸੱਦਾ ਦਿੱਤਾ ਹੈ ਤੇ ਜ਼ਰੂਰ ਕੁਛ ਨਾ ਕੁਛ ਹੱਲ ਹੋਏਗਾ। ਪਰ ਇਸ ਮਾਮਲੇ ਤੇ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਹੈ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਡੱਲੇਵਾਲ ਸਾਹਿਬ ਆ। ਡੱਲੇਵਾਲ ਸਾਹਿਬ, ਮੀਟਿੰਗ ਹੋਈ ਹੈ, ਬਹੁਤ ਅਹਿਮ ਮੀਟਿੰਗ ਮੰਨੀ ਜਾ ਰਹੀ ਸੀ। ਵੱਡੀ ਚਰਚਾ ਸੀ ਕਿ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਅਹਿਮ ਫੈਸਲਾ ਹੋਊਗਾ ਕੱਲ ਦੀ ਮੀਟਿੰਗ ਨੂੰ ਲੈ ਕੇ, ਜਿਹੜੀ ਤੁਸੀਂ ਕੇਂਦਰ ਸਰਕਾਰ ਦੇ ਨਾਲ ਕਰਨੀ ਹੈ। ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕੀ ਫੈਸਲੇ ਹੋਏ ਨੇ ਤੁਹਾਡੀ ਮੀਟਿੰਗ ਦੇ ਵਿੱਚ। ਦੇਖੋ, ਜਿਹੜੀ ਕੇਂਦਰ ਨੇ ਸਾਨੂੰ ਮੀਟਿੰਗ ਦੀ ਗੱਲ ਕਰੀ ਹੈ, ਇਹ ਲਗਾਤਾਰ ਬੀਜੇਪੀ ਵੱਲੋਂ ਪਹਿਲਾਂ ਤਾਂ ਸਾਨੂੰ ਸੱਦੇ ਆਉਂਦੇ ਰਹੇ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ। ਜਿਸ ਦਿਨ ਦਾ ਅੰਦੋਲਨ ਸ਼ੁਰੂ ਹੋਇਆ ਹੈ, ਰੇਲ ਰੋਕੋ ਸ਼ੁਰੂ ਕੀਤਾ ਹੈ, ਉਸੇ ਦਿਨ ਤੋਂ ਇਹਨਾਂ ਨੇ ਸਾਨੂੰ ਸੱਦੇ ਦੇਣੇ ਸ਼ੁਰੂ ਕਰ ਲਏ। ਪਰ ਸਾਡੀਆਂ ਜਥੇਬੰਦੀਆਂ ਦਾ ਇੱਕ ਫੈਸਲਾ ਸੀਗਾ ਕਿ ਅਸੀਂ ਕਿਸੇ ਪੋਲੀਟੀਕਲ ਪਾਰਟੀ ਨਾਲ ਸਾਡਾ ਮੀਟਿੰਗ ਕਰਨ ਦਾ ਕੋਈ ਤੁਕ ਨਹੀਂ ਬਣਦੀ। ਅਗਰ ਅਸੀਂ ਮੀਟਿੰਗ ਕਰਾਂਗੇ ਤਾਂ ਸਰਕਾਰ ਨਾਲ ਕਰਾਂਗੇ। ਸਰਕਾਰ ਦਾ ਕੌਣ ਨੁਮਾਇੰਦਾ, ਕੌਣ ਅਫੀਸ਼ੀਅਲੀ ਚਿੱਠੀ ਲੈ ਕੇ ਸਾਡੇ ਨਾਲ ਗੱਲਬਾਤ ਕਰਦਾ, ਉਹਦੇ ਨਾਲ ਅਸੀਂ ਕਰਾਂਗੇ। ਹੁਣ ਉਸ ਗੱਲ ਦੇ ਵਿੱਚੋਂ ਅਸੀਂ ਉਹਨਾਂ ਨੂੰ ਸਾਫ਼ ਜਵਾਬ ਦਿੱਤਾ ਸੀ, ਕੋਰਾ ਜਵਾਬ ਦਿੱਤਾ ਸੀ ਵੀ ਅਸੀਂ ਇਸ ਤਰ੍ਹਾਂ ਦੀ ਮੀਟਿੰਗ ਨਹੀਂ ਕਰਨੀ, ਅਸੀਂ ਇਸ ਤਰ੍ਹਾਂ ਦੀ ਮੀਟਿੰਗ ਕਰਾਂਗੇ। ਉਹਦੇ 'ਚ ਉਹਨਾਂ ਨੇ ਇੱਕ ਚਿੱਠੀ ਦਾ ਫਾਰਮੂਲਾ ਕੱਢ ਲਿਆ। ਲੇਕਿਨ ਚਿੱਠੀ ਦੇ ਕਿਉਂ ਰਿਹਾ ਸਾਨੂੰ? ਸਾਡਾ ਭਾਰਤ ਸਰਕਾਰ ਦਾ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈ, ਉਹਦਾ ਸਕੱਤਰ ਉਹ ਚਿੱਠੀ ਦੇ ਰਿਹਾ ਹੈ, ਔਰ ਉਹ ਚਿੱਠੀ ਦੇ ਉੱਤੇ ਕੋਈ ਗਵਰਨਮੈਂਟ ਦਾ ਨੰਬਰ ਨਹੀਂ ਲੱਗਿਆ, ਕੋਈ ਕੁਛ ਨਹੀਂ। ਔਰ ਚਿੱਠੀ ਦੇ ਵਿੱਚ ਕਹਿ ਕੀ ਰਿਹਾ ਵੀ ਮੈਂ ਪਰਸਨਲੀ ਤੁਹਾਡੇ ਨਾਲ ਗੱਲਬਾਤ ਕਰਦਾ। ਦੇਖੋ, ਪਰਸਨਲੀ ਗੱਲ ਕਰਦਾ ਇਹਦਾ ਮਤਲਬ ਸਰਕਾਰ ਦੇ ਬਿਹਾਫ ਤੇ ਤੂੰ ਗੱਲ ਨਹੀਂ ਕਰ ਰਿਹਾ। ਫਿਰ ਤੇਰੇ ਨਾਲ ਅਸੀਂ ਗੱਲ ਕਰਕੇ ਕੀ ਕਰਨੀ ਹੈ? ਫਿਰ ਤੂੰ ਸਾਨੂੰ ਦੇ ਕੀ ਦੇਵੇਂਗਾ? ਫਿਰ ਉਹਦੇ ਵਿੱਚ ਇੱਕ ਗੱਲ ਹੋਰ ਬੜੀ ਸਪਸ਼ਟ ਲਿਖੀ ਹੈ ਕਿ ਮੈਂ ਤੁਹਾਨੂੰ ਸਮਝਾਉਣਾ ਹੈ, ਤੁਹਾਨੂੰ ਪਤਾ ਨਹੀਂ। ਇਹਦਾ ਮਤਲਬ ਪੂਰਾ ਵਰਲਡ ਅੱਜ ਇਹਨਾਂ ਆਰਡੀਨੈਂਸਾਂ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਅੰਦੋਲਨ ਚੱਲ ਪਿਆ। ਇੰਗਲੈਂਡ, ਅਮਰੀਕਾ, ਫਰਾਂਸ, ਜਰਮਨ ਬਹੁਤ ਥਾਵਾਂ ਦੇ ਉੱਤੇ ਅੰਦੋਲਨ ਚੱਲ ਪਿਆ। ਇਹਦੇ 'ਚ ਪੂਰਾ ਭਾਰਤ ਇਹਦੇ 'ਚ ਅੰਦੋਲਨ ਕਰ ਰਿਹਾ ਹੈ। ਔਰ ਉਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਇਹ ਕਹਿਣ, ਇਹਦਾ ਮਤਲਬ ਪੂਰੇ ਅੰਦੋਲਨ ਕਰਨ ਵਾਲੇ ਲੋਕਾਂ ਨੂੰ ਬੀਜੇਪੀ ਮੂਰਖ ਸਮਝਦੀ ਹੈ। ਇਹ ਕੇਂਦਰ ਦੀ ਸਰਕਾਰ ਮੂਰਖ ਸਮਝਦੀ ਹੈ ਕਿ ਤੁਹਾਨੂੰ ਨਹੀਂ ਪਤਾ, ਅਸੀਂ ਸਮਝਾਵਾਂਗੇ। ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਕਿੱਥੋਂ ਪੜ੍ਹ ਕੇ ਆ ਗਏ? ਉਹੀ ਕਿਤਾਬਾਂ ਤੁਸੀਂ ਪੜ੍ਹੀਆਂ, ਉਹੀ ਅਸੀਂ ਪੜ੍ਹੀਆਂ। ਉਹ ਸਾਡੇ 'ਚ ਬਹੁਤ ਸਾਰੇ ਸਾਡੇ ਬੱਚੇ ਇਹੋ ਜਿਹੇ ਆ ਜਿਨ੍ਹਾਂ ਨੇ PhDਆਂ ਕੀਤੀਆਂ, ਜਿਨ੍ਹਾਂ ਨੇ ਟ੍ਰਿਪਲ MA ਕੀਤੀਆਂ ਵੀਆਂ, ਉਹ ਸਾਰੇ ਸਮਝਦੇ ਇਹਨਾਂ ਗੱਲਾਂ ਨੂੰ। ਸਾਡੇ ਵੀ ਬੱਚੇ ਸਮਝਦੇ ਆ, ਸਾਰੇ ਲੋਕ ਸਮਝਦੇ ਆ। ਔਰ ਅਸੀਂ ਤੁਹਾਡੀ ਇਸ ਚਾਲ ਨੂੰ ਸਮਝਦੇ ਹਾਂ, ਤੁਹਾਡੀ ਚਲਾਕੀ ਨੂੰ ਸਮਝਦੇ ਹਾਂ। ਸਾਡੇ ਨਾਲ ਇਸ ਕਰਕੇ ਅਸੀਂ ਅੱਜ ਬੈਠਕ ਦੇ ਵਿੱਚ ਉਹਨਾਂ ਦੀ ਇਸ ਮੀਟਿੰਗ ਨੂੰ ਮੁੱਢੋਂ ਰੱਦ ਕੀਤਾ ਕਿ ਅਸੀਂ ਬਿਲਕੁਲ ਤੁਹਾਡੀ ਇਹੋ ਜਿਹੀ ਮੀਟਿੰਗ ਦੇ ਵਿੱਚ ਆਉਣ ਦੀ ਕੋਈ ਲੋੜ ਨਹੀਂ ਸਮਝਦੀਆਂ ਜਥੇਬੰਦੀਆਂ, ਔਰ ਅਸੀਂ ਨੇ ਇਸ ਮੀਟਿੰਗ ਦੇ ਵਿੱਚ ਆਵਾਂਗੇ। ਇਹ ਫੈਸਲਾ ਲਿਆ ਸੀ। ਜਿਸ ਤਰੀਕੇ ਮੰਨਿਆ ਤਾਂ ਇਹ ਜਾ ਰਿਹਾ ਸੀ ਕਿ ਸਰਕਾਰ ਦੇ ਵੱਲੋਂ ਬੁਲਾਵਾ, ਤੁਸੀਂ ਸਪਸ਼ਟ ਕੀਤਾ ਕਿ ਸਰਕਾਰ ਦੇ ਵੱਲੋਂ ਤਾਂ ਬੁਲਾਵਾ ਹੈ ਹੀ ਨਹੀਂ ਸੀ। ਫਿਰ ਇਸ ਤੋਂ ਅੱਗੇ ਜੇ ਤੁਹਾਡੇ ਸੰਘਰਸ਼ ਦੀ ਗੱਲ ਕਰੀਏ ਤਾਂ ਸੰਘਰਸ਼ ਕਿਸ ਤਰ੍ਹਾਂ ਦਾ ਰਹੂਗਾ? ਕਿਉਂਕਿ 7 ਤਰੀਕ ਤੱਕ ਦਾ ਐਲਾਨ ਸੀ ਕਿ ਅਸੀਂ ਜਿਹੜੀਆਂ ਟ੍ਰੇਨਾਂ ਰੋਕਣੀਆਂ, ਕੀ ਉਸ ਦੇ ਬਾਬਤ ਅਗਲੇ ਸੰਘਰਸ਼ ਦੀ ਵੀ ਕੋਈ ਗੱਲਬਾਤ ਹੋਈ ਹੈ ਮੀਟਿੰਗ ਦੇ ਵਿੱਚ? ਹਾਂ, ਦੇਖੋ, ਮੀਟਿੰਗ ਤਾਂ ਅੱਜ ਸਾਡਾ ਫੈਸਲਾ ਹੀ ਇਹ ਸੀਗਾ ਕਿ ਅਸੀਂ ਅੱਜ ਇਹਨੂੰ ਅਗਲੀ ਰੂਪ ਰੇਖਾ ਤਿਆਰ ਕਰਾਂਗੇ। ਅਗਲੀ ਰੂਪ ਰੇਖਾ ਦੇ ਵਿੱਚੋਂ ਸਾਡਾ ਬੈਠ ਕੇ ਫੈਸਲਾ ਹੋ ਗਿਆ ਕਿ ਇਸ ਅੰਦੋਲਨ ਨੂੰ ਜਿਉਂ ਦੀ ਤਿਉਂ ਜਿਵੇਂ ਚੱਲ ਰਿਹਾ ਸੀ ਇਹ ਉਵੇਂ ਚੱਲੇਗਾ। ਉਹਦੇ ਨਾਲੋਂ ਸਗੋਂ ਵੱਧ ਕੇ ਬੀਜੇਪੀ ਦੇ ਜਿਹੜੇ ਇਹਨਾਂ ਦੇ ਲੀਡਰ ਸਾਹਿਬਾਨ ਨੇ, ਉਹਨਾਂ ਦੇ ਗੇਟਾਂ ਦੇ ਮੂਹਰੇ ਜਾ ਕੇ ਵੀ ਅਸੀਂ ਲਗਾਤਾਰ ਧਰਨੇ ਦੇਣੇ ਪਏ ਤਾਂ ਦੇਣ ਦੀ ਲੋੜ ਪਈ ਤਾਂ ਦੇਵਾਂਗੇ। ਔਰ ਇੱਕ ਉਹਦੇ ਵਿੱਚੋਂ ਇਹਨਾਂ ਦਾ ਬੀਜੇਪੀ ਸਰਕਾਰ ਨੇ ਸਾਡੇ ਹਰਿਆਣੇ ਦੇ ਵਿੱਚ ਸਾਡੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਹੈ, ਔਰ ਉਹ ਵੀ ਇਹੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੇ ਹੈ। ਉਹਨਾਂ ਦੇ ਅਗਰ ਇਹਨਾਂ ਨੇ ਲਾਠੀਚਾਰਜ ਕੀਤਾ ਔਰ ਉਹਨਾਂ ਨੂੰ ਅਰੈਸਟ ਕੀਤਾ, ਉਹਨਾਂ ਨੂੰ ਜੇਲ੍ਹ ਭੇਜਣ ਦੀ ਗੱਲ ਕੀਤੀ ਹੈ, ਤਾਂ ਅਸੀਂ ਪੂਰੇ ਦੇਸ਼ ਦਾ ਕਿਸਾਨ ਉਹਨਾਂ ਦੇ ਨਾਲ, ਕਿਸਾਨਾਂ ਦੇ ਖੜਾ। ਇਸ ਕਰਕੇ ਅਸੀਂ ਪਾਸ ਕੀਤਾ ਹੈ ਕਿ ਪਰਸੋਂ ਅਸੀਂ 2 ਘੰਟੇ ਲਈ ਪੂਰੇ ਪੰਜਾਬ ਦੇ ਜਿੰਨੇ ਵੀ ਮੇਨ ਹਾਈਵੇ ਆ ਸਾਰੇ ਅਸੀਂ ਜਾਮ ਕਰਾਂਗੇ, ਉਹਨਾਂ ਸਾਡੇ ਕਿਸਾਨਾਂ ਦੇ ਸਮਰਥਨ ਦੇ ਵਿੱਚ। ਇਹ ਅਸੀਂ ਪ੍ਰੋਗਰਾਮ ਲਿਆ। ਔਰ ਜਿਹੜਾ ਬਾਕੀ ਸਾਡਾ ਰੇਲ ਰੋਕੋ ਪ੍ਰੋਗਰਾਮ ਹੈ, ਉਸ ਜਿਉਂ ਦੀ ਤਿਉਂ ਜਾਰੀ ਰਹੇਗਾ। ਪਿਛਲੇ ਸਾਰੇ ਪ੍ਰੋਗਰਾਮ ਜਿਉਂ ਦੀ ਤਿਉਂ ਸਾਡੇ ਜਾਰੀ ਰਹਿਣਗੇ ਅਗਲੇ ਸਮੇਂ ਤੱਕ। ਔਰ ਅਗਲੀ ਮੀਟਿੰਗ ਦੇਖਦੇ ਹਾਂ, ਸਾਡਾ ਫੈਸਲਾ ਲੈ ਕੇ ਕਿ ਅਗਲੀ ਮੀਟਿੰਗ ਕਰਾਂਗੇ ਅਸੀਂ, ਉਸ ਤੋਂ ਬਾਅਦ ਕਰਾਂਗੇ। ਸਰ, ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਸੀ ਕਿ 31 ਜਥੇਬੰਦੀਆਂ ਸੀ, 31 ਦੇ ਵਿੱਚੋਂ ਇੱਕ ਜਥੇਬੰਦੀ ਨੂੰ ਪਾਸੇ ਕਰ ਦਿੱਤਾ ਗਿਆ। ਇਸ ਵੇਲੇ 30 ਕੰਮ ਕਰਦੀਆਂ। ਲੱਖੋਵਾਲ ਜਿਹੜੀ ਧਿਰ ਸੀ, ਉਹਦੇ ਵੱਲੋਂ ਸੁਪਰੀਮ ਕੋਰਟ ਦਾ ਰੁਖ ਅਪਣਾਇਆ ਗਿਆ। ਤੁਹਾਨੂੰ ਇਹ ਕਿਉਂ ਲੱਗਾ ਕਿ ਸੁਪਰੀਮ ਕੋਰਟ ਜਾਣ ਦਾ ਇਹ ਸਹੀ ਮੌਕਾ ਨਹੀਂ ਹੈਗਾ, ਜਾਂ ਸਾਨੂੰ ਉਹਦਾ ਵਿਰੋਧ ਕਰਨਾ ਚਾਹੀਦਾ? ਉਹਦੇ ਵਿੱਚ ਤੁਹਾਨੂੰ ਕਮੀਆਂ ਖਾਮੀਆਂ ਕੀ ਨਜ਼ਰ ਆਈਆਂ? ਦੇਖੋ, ਕਮੀਆਂ ਖਾਮੀਆਂ ਸਭ ਤੋਂ ਪਹਿਲਾਂ ਤਾਂ ਫਰਕ ਇਹਦੇ 'ਚ ਇਹ ਖੜਾ ਹੈ ਕਿ ਅੱਜ ਤੱਕ ਦੇ ਜਿੰਨੇ ਸੁਪਰੀਮ ਕੋਰਟ ਦੇ ਅਸੀਂ ਫੈਸਲੇ ਵੇਖੇ ਆ, ਸੁਪਰੀਮ ਕੋਰਟ ਇੰਡੀਪੈਂਡੈਂਟ ਫੈਸਲਾ ਨਹੀਂ ਦੇ ਰਹੀ।
ਸੁਪਰੀਮ ਕੋਰਟ ਨੂੰ ਵੀ ਮਤਲਬ ਪ੍ਰੈਸ਼ਰਾਈਜ਼ ਕਰਕੇ ਉੱਥੋਂ ਦੇ ਜੱਜ ਸਾਹਿਬਾਨਾਂ ਦੇ ਉੱਤੇ ਦਬਾਅ ਬਣਾ ਕੇ ਇਹ ਫੈਸਲੇ ਕਰਵਾਏ ਜਾ ਰਹੇ। ਜਿਹੜਾ ਵੀ ਜੱਜ ਰਤੀ ਭਰ ਵੀ ਅਜਿਹਾ ਲੱਗਦਾ ਨਾ ਵੀ ਇਹ ਸਾਡੇ ਉਲਟ ਫੈਸਲਾ ਦੇ ਸਕਦਾ, ਕੋਈ ਕੱਲ੍ਹ ਨੂੰ ਸ਼ਬਦ ਸਾਡੇ ਉਲਟ ਲਿਖ ਸਕਦਾ ਹੈ, ਉਹਨੂੰ ਰਾਤੋਂ ਰਾਤ ਬਦਲ ਕੇ ਕਿਤੇ ਦੀ ਕਿਤੇ ਮਾਰਦੀ ਹੈ ਸਰਕਾਰ। ਤਾਂ ਇੱਥੇ ਸਾਨੂੰ ਪੱਕਾ ਪਤਾ ਸੀਗਾ, ਇਹ ਯਕੀਨ ਸੀ ਕਿ ਸਾਨੂੰ ਸਾਡੀ ਸੁਪਰੀਮ ਕੋਰਟ ਤੋਂ ਨਿਆਂ ਹਜੇ ਮਿਲਣ ਦੀ ਕੋਈ ਉਮੀਦ ਨਹੀਂ ਇਸ ਸਰਕਾਰ ਦੇ ਹੁੰਦਿਆਂ। ਇਸ ਕਰਕੇ ਸਾਨੂੰ ਇਹਦੇ ਤੇ ਇਹ ਨਹੀਂ ਕਰਨਾ ਚਾਹੀਦਾ। ਸਾਡਾ ਅੰਦੋਲਨ ਉੱਠਿਆ ਹੋਇਆ ਹੈ, ਪੂਰਾ ਭਾਰਤ ਅੱਜ ਇਸ ਅੰਦੋਲਨ ਦੇ ਵਿੱਚ ਸਾਡੇ ਨਾਲ ਮਤਲਬ ਹੌਲੀ ਕਦਮ ਨਾਲ ਮਿਲਾ ਕੇ ਚੱਲਣ ਜਾ ਰਿਹਾ ਹੈ। ਬਾਹਰਲੀਆਂ ਕੰਟਰੀਆਂ ਦੇ ਵਿੱਚ ਬੈਠੇ ਜਿੰਨੇ ਵੀ ਪੰਜਾਬੀ ਹੈ ਉਹ ਸਾਰੇ ਸਾਡਾ ਸਾਥ ਦੇ ਰਹੇ ਹੈ। ਜਦੋਂ ਉਹ ਸਾਰੇ ਸਾਡਾ ਸਾਥ ਦੇ ਰਹੇ ਹੈ, ਫਿਰ ਅਸੀਂ ਸੁਪਰੀਮ ਕੋਰਟ ਵੱਲ ਤੁਰਨ ਦੀ ਬਜਾਏ ਅਸੀਂ ਅੰਦੋਲਨ ਤੇ ਟੇਕ ਰੱਖਦੇ ਹਾਂ ਔਰ ਅੰਦੋਲਨ ਦੇ ਆਧਾਰ ਦੇ ਉੱਤੇ ਅਸੀਂ ਇਹਨੂੰ ਜਿੱਤਾਂਗੇ। ਔਰ ਉਹਦੇ ਲਈ ਇਸ ਕਰਕੇ ਅਸੀਂ ਉਹਨਾਂ ਨੇ ਜਿਹੜਾ ਲਿਆ ਸੀਗਾ ਉਹ ਫੈਸਲਾ ਗਲਤ ਲਿਆ ਸੀ। ਔਰ ਉਹਦੇ ਤੇ ਕੱਲ ਅਸੀਂ ਬੈਠਕ, ਕਿਉਂਕਿ ਜਿਹੜੇ ਲੱਖੋਵਾਲ ਸਾਹਿਬ ਹੈ ਉਹ ਸਾਡਾ ਜਿਹੜਾ 13 ਕਿਸਾਨ ਜਥੇਬੰਦੀਆਂ ਦਾ ਅਲਾਇੰਸ ਸੀ, ਜਿਹੜਾ ਉਹ ਉਸ ਅਲਾਇੰਸ ਦੇ ਮੈਂਬਰ ਸੀ। ਔਰ ਉਸ ਅਲਾਇੰਸ ਦੇ ਮੈਂਬਰ ਹੋਣ ਦੇ ਨਾਤੇ ਅਸੀਂ ਉਹਨਾਂ ਨੂੰ ਜ਼ਿੰਮੇਵਾਰੀ ਸਾਡੀ ਬਣਦੀ ਸੀ ਕਿ ਉਹਨੂੰ ਬੁਲਾ ਕੇ ਪੁੱਛੀਏ ਵੀ ਕੀ ਕੀਤਾ ਤੂੰ ਇਹ। ਔਰ ਉਹ ਕੱਲ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਮੰਨ ਲਿਆ ਕਿ ਜਿਹੜਾ ਜਥੇਬੰਦੀਆਂ 12 ਫੈਸਲਾ ਕਰਦੀਆਂ ਉਹ ਮੈਂ ਸਵੀਕਾਰ ਕਰੂੰਗਾ। ਔਰ ਉਹ ਜਥੇਬੰਦੀਆਂ ਨੇ ਫੈਸਲਾ ਉਹਨੂੰ ਇਹ ਦਿੱਤਾ ਹੈ ਕਿ ਤੁਸੀਂ ਆਪਦੀ ਮਤਲਬ ਰਿਟ ਪਟੀਸ਼ਨ ਵਾਪਸ ਲਓ। ਉਹਨਾਂ ਨੇ ਮੰਨ ਲਿਆ ਵੀ ਅਸੀਂ ਪਟੀਸ਼ਨ ਵਾਪਸ ਲੈ ਲੈਂਦੇ ਹਾਂ। ਅਗਲੀ ਗੱਲ ਜਿਹੜੀ ਉਹਨਾਂ ਨੇ ਇਹ ਕਿਹਾ ਕਿ ਜਿੰਨਾ ਚਿਰ ਤੁਹਾਡੇ ਪੇਪਰ ਸਾਡੇ ਕੋਲੇ ਨਹੀਂ ਆਉਂਦੇ, ਵਾਪਸ ਦਾ ਫੈਸਲਾ ਸਾਡੇ ਕੋਲੇ ਨਹੀਂ ਆਉਂਦਾ, ਉਹਨੇ ਚਿਰ ਲਈ ਬਿਲਕੁਲ ਤੁਸੀਂ ਪ੍ਰੈਸ ਦੇ ਵਿੱਚ ਕਿਸੇ ਇਸ ਤਰ੍ਹਾਂ ਦੇ ਇਸ ਅੰਦੋਲਨ ਦੇ ਸੰਬੰਧ 'ਚ ਜਾਂ ਮਤਲਬ 31 ਜਥੇਬੰਦੀਆਂ ਦੇ ਸੰਬੰਧ 'ਚ ਕਿਸੇ ਮੀਟਿੰਗ ਦੇ ਵਿੱਚ ਨਹੀਂ ਆਓਗੇ, ਕਿਸੇ ਪ੍ਰੈਸ 'ਚ ਨਹੀਂ ਆਓਗੇ, ਉਹਨੇ ਚਿਰ ਲਈ ਉਹਨਾਂ ਨੂੰ ਅਸੀਂ ਮਤਲਬ ਬਾਉਂਡ ਕੀਤਾ ਗਿਆ। ਜੀ ਸਰ, ਜਿਸ ਤਰ੍ਹਾਂ ਵੱਖ-ਵੱਖ ਚਰਚਾਵਾਂ ਛਿੜਦੀਆਂ ਖਾਸ ਕਰਕੇ ਲੱਖੋਵਾਲ ਸਾਹਿਬ ਨੂੰ ਲੈ ਕੇ ਕਿ ਉਹ ਕਿਸੇ ਸਿਆਸੀ ਧਿਰ ਦਾ ਇੱਕ ਪੱਖ ਹੋ ਸਕਦੇ ਆ, ਕਿਸੇ ਸਿਆਸੀ ਪਾਰਟੀ ਦੇ ਨਾਲ ਜੁੜੇ ਹੋਏ ਹੋ ਸਕਦੇ ਆ, ਸੰਘਰਸ਼ ਨੂੰ ਤਾਰ-ਪੀਡੋ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਕਿਸੇ ਸਰਕਾਰੀ ਜਾਂ ਫਿਰ ਸਿਆਸੀ ਧਿਰ ਦੇ ਵੱਲੋਂ। ਤੁਹਾਨੂੰ ਲੱਗਦਾ ਹੈ ਕਿ ਅਜਿਹਾ ਵੀ ਕੁਝ ਹੈ? ਦੇਖੋ, ਐਡੀ ਛੇਤੀ ਕੁਝ ਕਹਿਣਾ ਬੜਾ ਔਖਾ ਹੈ ਕਿ ਕੀ ਹੈ, ਲੇਕਿਨ ਇਹ ਜ਼ਰੂਰ ਹੈ ਕਿ ਜਿਹੜਾ ਉਹਨਾਂ ਨੇ ਫੈਸਲਾ ਲਿਆ, ਫੈਸਲਾ ਗਲਤ ਲਿਆ। ਅਗਰ ਉਹਨਾਂ ਨੇ 31 ਜਥੇਬੰਦੀਆਂ ਦੇ ਨਾਲ ਗੱਲਬਾਤ ਕਰਨੀ ਵਾਜਬ ਨਹੀਂ ਸਮਝੀ, ਗੱਲਬਾਤ ਕਰਨ ਦੀ ਲੋੜ ਨਹੀਂ ਸਮਝੀ, ਤਾਂ ਫਿਰ ਬੜਾ ਸਪਸ਼ਟ ਹੈ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਪ੍ਰੈਸ਼ਰਾਈਜ਼ ਕੀਤਾ ਹੈ ਜਾਂ ਕੋਈ ਕਿਸੇ ਤਰ੍ਹਾਂ ਦਾ ਕੀ ਲਾਲਚ ਦਿੱਤਾ ਹੈ, ਕੀ ਕਾਰਨ ਬਣਿਆ, ਇਹ ਹੁਣ ਉਹ ਦੱਸ ਸਕਦੇ ਹੈ। ਲੇਕਿਨ ਦਬਾਅ ਜ਼ਰੂਰ ਹੋ ਸਕਦਾ ਹੋਵੇ ਉਹਨਾਂ ਦੇ ਉੱਤੇ ਕਿ ਕਿਸੇ ਪ੍ਰੈਸ਼ਰ ਦੇ ਵਿੱਚ ਆ ਕੇ ਉਹਨਾਂ ਨੂੰ ਇਹ ਮਤਲਬ ਰਿਟ ਪਟੀਸ਼ਨ ਪਾਉਣੀ ਪਈ, ਕਿਉਂਕਿ ਕੋਈ ਘੱਟੋ ਘੱਟ ਸਾਡੇ ਨਾਲ ਸਾਡੇ ਵੱਲ ਜੇ 31 ਨਾਲ ਨਹੀਂ ਗੱਲ ਕਰਨੀ ਸੀ, ਸਾਡੇ 12-13 ਨਾਲ ਤਾਂ ਗੱਲ ਕਰਨੀ ਬਣਦੀ ਸੀ। ਜੇ 12-13 ਨਾਲ ਵੀ ਨਹੀਂ ਗੱਲ ਕਰਨੀ ਸੀ ਤਾਂ ਮੈਂ ਇਹਨਾਂ ਨੂੰ ਮਤਲਬ ਕੋਆਰਡੀਨੇਟ ਕਰ ਰਿਹਾ ਸੀ, ਘੱਟੋ ਘੱਟ ਮੇਰੇ ਨਾਲ ਗੱਲ ਕਰਨੀ ਜ਼ਰੂਰ ਬਣਦੀ ਸੀ ਕਿ ਮੈਂ ਰਿਟ ਪਾਉਣ ਦਾ ਕੋਸ਼ਿਸ਼ ਕਰ ਰਹੇ ਅਸੀਂ, ਕਿਵੇਂ ਕਰੀਏ। ਤਾਂ ਹੋ ਸਕਦਾ ਅਸੀਂ ਪਹਿਲਾਂ ਹੀ ਬੈਠ ਕੇ ਵਿਚਾਰ ਕਰ ਲੈਂਦੇ, ਇਹੀ ਰਿਟ ਨੂੰ ਅਸੀਂ ਸੋਧ ਕੇ ਪਾ ਲੈਂਦੇ, ਜਾਂ ਅਸੀਂ ਉਹਨੂੰ ਉਹਦੀ ਕਹਿ ਦਿੰਦੇ ਵੀ ਬਿੱਲ ਰਿਟ ਨਹੀਂ ਪਾਉਣੀ। ਇਸ ਕਰਕੇ ਸਾਰੇ ਪੱਖਾਂ ਨੂੰ ਜੇ ਵਾਚਦੇ ਆ ਤਾਂ ਐਂ ਲੱਗਦਾ ਵੀ ਕਿਸੇ ਨਾ ਕਿਸੇ ਪਾਸੋਂ ਕੋਈ ਪ੍ਰੈਸ਼ਰ ਪਿਆ, ਦਬਾਅ ਪਿਆ। ਕਿਵੇਂ ਪਿਆ, ਕੋਈ ਡਰਾਇਆ, ਧਮਕਾਇਆ, ਇਹ ਲੱਖੋਵਾਲ ਸਾਹਿਬ ਦੱਸ ਸਕਦੇ ਆ। ਜੀ ਬਿਲਕੁਲ, ਇਹ ਤਾਂ ਆਉਣ ਵਾਲਾ ਸਮਾਂ ਦੱਸ ਦੇਗਾ ਕਿਉਂਕਿ ਹਾਲੇ ਤੁਹਾਡੇ ਵੱਲੋਂ ਕਾਰਵਾਈ ਵੀ ਕਰਨੀ ਬਾਕੀ ਹੈ। ਪਰ ਫਿਰ ਵੀ ਜਿਸ ਤਰੀਕੇ ਤੁਸੀਂ ਕਿਹਾ ਕਿ ਜੇਕਰ ਉਹ ਸੁਪਰੀਮ ਕੋਰਟ ਤੋਂ ਆਪਣੀ ਕਾਗਜ਼ਾਤ ਵਾਪਸ ਵੀ ਲੈ ਲੈਂਦੇ ਆ, ਆਪਣੀ ਜਿਹੜੀ ਰਿਟ ਆ ਉਹ ਵਾਪਸ ਲੈ ਲੈਂਦੇ ਆ, ਤੇ ਉਦੋਂ ਤੁਸੀਂ ਆਪਣੀਆਂ 12 ਜਥੇਬੰਦੀਆਂ ਦਾ ਅਲਾਇੰਸ ਹੈ ਜਾਂ ਫਿਰ ਜਿਹੜੀਆਂ 30 ਜਥੇਬੰਦੀਆਂ ਇਸ ਵੇਲੇ ਕੰਮ ਕਰਦੀਆਂ, ਕੀ ਉਹਨੂੰ 31ਵਾਂ ਹਿੱਸਾ ਬਣਾਓਗੇ? ਨਹੀਂ, ਦੇਖੋ ਇਹਦੇ 'ਚ ਤਾਂ ਸਾਰੀਆਂ ਹੁਣ ਉਹ ਸ਼ੱਕ ਦੇ ਘੇਰੇ 'ਚ ਆ ਗਿਆ। ਪਹਿਲਾਂ ਤਾਂ ਉਹਨੂੰ ਸਾਰੀਆਂ ਜਥੇਬੰਦੀਆਂ ਚਾਹੇ ਕੁਝ ਵੀ ਕਹਿੰਦੀਆਂ, ਲੇਕਿਨ ਅਸੀਂ ਉਹਨੂੰ 12 ਦੇ ਅਲਾਇੰਸ ਦੇ ਵਿੱਚ ਲੈ ਲਿਆ ਸੀ, 13 ਦੇ 'ਚ। ਲੇਕਿਨ ਹੁਣ ਉਹ 13 ਦੇ ਵਿੱਚ ਮੇਰੀ ਮਰਜ਼ੀ ਨਹੀਂ ਹੈ, ਹੁਣ 13 ਦੀ ਮਰਜ਼ੀ ਹੈ। ਉਸ ਵੇਲੇ ਮੈਂ ਇਕੱਠੇ ਕਰ ਰਿਹਾ ਸੀ, ਮੈਂ ਉਹਨੂੰ ਨਾਲ ਲੈ ਲਿਆ, ਲੇਕਿਨ ਹੁਣ ਨਹੀਂ ਮੈਂ ਇਕੱਠੇ ਕਰ ਰਿਹਾ, ਹੁਣ ਤਾਂ ਸਾਰਿਆਂ ਨੇ ਮਿਲ ਕੇ ਬੈਠ ਕੇ ਫੈਸਲਾ ਲੈਣਾ। ਸਾਰੇ ਮਿਲ ਕੇ ਕੀ ਫੈਸਲਾ ਲੈਣਗੇ ਇਹ ਉਦੋਂ ਬਾਅਦ ਦੀ ਗੱਲ ਹੈ। ਲੇਕਿਨ ਇਹ ਜ਼ਰੂਰ ਹੈ ਗੱਲ ਵੀ ਉਹ ਸਿਆਣਾ ਹੋਊਗਾ ਜ਼ਰੂਰ ਨੇਤਾ ਸਾਡਾ, ਉਹਨੂੰ ਰਿਟ ਵਾਪਸ ਲੈਣੀ ਚਾਹੀਦੀ ਹੈ। ਔਰ ਅੱਗੇ ਤੋਂ ਮਤਲਬ ਦੇਖੋ ਬਜ਼ੁਰਗ ਹੋ ਗਿਆ, ਇਸ ਵੇਲੇ ਕਿਸਾਨਾਂ ਦਾ ਪੀਕ ਤੇ ਅੰਦੋਲਨ ਪਹੁੰਚਿਆ ਹੋਇਆ ਹੈ ਔਰ ਕਿਸਾਨੀ ਦੀ ਹੋਂਦ ਦੀ ਲੜਾਈ ਹੈ। ਅਗਰ ਇਸ ਵੇਲੇ ਕੋਈ ਲੀਡਰ ਸਾਡੇ ਕਿਸਾਨਾਂ ਨਾਲ ਧੋਖਾ ਕਰਦਾ ਹੈ, ਉਹ ਸਮਝ ਲਿਓ ਬਈ ਉਹ ਆਪਣੇ ਆਪ ਹੀ ਖਤਮ ਹੋ ਜਾਣਾ, ਉਹਦੇ ਪੱਲੇ ਕੱਖ ਨਹੀਂ ਰਹਿਣਾ ਔਰ ਪਬਲਿਕ ਨੇ ਵੀ ਨਹੀਂ ਛੱਡਣਾ ਔਰ ਉਹਨੇ ਆਪਣੇ ਆਪ ਖਤਮ ਹੋ ਜਾਣਾ। ਉਹਦੇ ਪੱਲੇ ਕੱਖ ਨਹੀਂ ਰਹਿਣਾ ਜੇ ਕੋਈ ਅਜਿਹੀ ਹਰਕਤ ਕਰੇਗਾ ਸਾਡੇ ਕਿਸਾਨਾਂ ਨਾਲ। ਤਾਂ ਸਰ, ਪਿਛਲੇ ਦਿਨਾਂ ਦੇ ਵਿੱਚ ਤੁਹਾਡੀ ਜਿਹੜੀਆਂ 31 ਜਥੇਬੰਦੀਆਂ ਸੀ ਉਹਨਾਂ ਦੀ ਇੱਕ ਮੀਟਿੰਗ ਕਲਾਕਾਰਾਂ ਦੇ ਨਾਲ ਸਾਂਝੀ ਹੁੰਦੀ ਹੈ, ਕਿਉਂਕਿ ਕਲਾਕਾਰਾਂ ਦੇ ਵੱਲੋਂ ਬਹੁਤ ਵੱਡਾ ਅੰਦੋਲਨ ਛੇੜਿਆ ਹੋਇਆ। ਉਹਨਾਂ ਨੇ ਆਪਣੇ ਹਲਕਿਆਂ ਦੇ ਵਿੱਚ ਨੌਜਵਾਨਾਂ ਦੀ ਲਾਮਬੰਦੀ ਵਾਸਤੇ ਉਪਰਾਲੇ ਵੀ ਕੀਤੇ, ਜਾਣੀ ਉਹ ਵੀ ਇਹੀ ਕਹਿੰਦੇ ਆ ਕਿ ਸਾਡੀ ਹੋਂਦ ਦੀ ਲੜਾਈ ਹੈ, ਅਸੀਂ ਆਪ ਕਿਸਾਨ ਆ, ਸਾਨੂੰ ਲੜਨਾ ਚਾਹੀਦਾ। ਪਰ ਫਿਰ ਵੀ ਦੀਪ ਸਿੱਧੂ ਹੋਰਾਂ ਦੇ ਵੱਲੋਂ ਇੱਕ ਵੱਖਰਾ ਫੈਸਲਾ ਲੈ ਲਿਆ ਗਿਆ। ਜਸ ਬਾਜਵਾ ਹੋਰਾਂ ਨੇ ਤੁਹਾਡਾ ਸਾਥ ਦਿੱਤਾ, ਜਸ ਬਾਜਵਾ ਦੇ ਨਾਲ ਪੰਜਾਬੀ ਇੰਡਸਟਰੀ ਨੇ ਤੁਹਾਡਾ ਸਾਥ ਦਿੱਤਾ ਕਿ 7 ਤਰੀਕ ਨੂੰ ਸਾਡਾ ਫੈਸਲਾ ਹੋਊਗਾ ਕਿ ਅਸੀਂ ਅੱਗੇ ਕੀ ਕਰਨਾ ਹੈ। ਦੀਪ ਸਿੱਧੂ ਦੇ ਫੈਸਲੇ ਨੂੰ ਕਿਵੇਂ ਦੇਖਦੇ ਹੋ?
ਦੇਖੋ ਦੀਪ ਸਿੱਧੂ ਨੇ ਜਿਹੜਾ ਫੈਸਲਾ ਲਿਆ ਮੈਨੂੰ ਲੱਗਦਾ ਹੈ ਉਹ ਵੀ ਜਾਂ ਤਾਂ ਦੀਪ ਸਿੱਧੂ ਕਿਤੇ ਆ ਬੈਠਾ ਇਹਨਾਂ ਦੇ ਨਾਲ ਮਗਰਲਿਆਂ ਨੂੰ, ਇਹਦੇ ਜਿਹੜੇ ਆਕਾ ਸੀ ਦੀਪ ਸਿੱਧੂ ਦੇ ਉਹਨਾਂ ਨੂੰ ਮਗਰੋਂ ਮੈਸੇਜ ਮਿਲਿਆ ਤੇ ਇਹਨੂੰ ਉੱਪਰੋਂ ਸੁਨੇਹਾ ਆਇਆ ਵੀ ਇਹਨਾਂ ਤੋਂ ਬਾਹਰ ਨਿਕਲ, ਤਾਂ ਕੀਤਾ ਉਹਨੇ ਕੰਮ। ਜਾਂ ਇਹ ਵੀ ਹੋ ਸਕਦਾ ਉਹ ਪਹਿਲਾਂ ਹੀ ਪਲਾਨਿੰਗ ਕਰਕੇ ਭੇਜਿਆ ਹੋਵੇ ਉਹਨਾਂ ਨੇ ਵਿੱਚ ਇਹਨਾਂ ਨੂੰ ਪਤਾ ਨਾ ਲੱਗਿਆ ਹੋਵੇ ਮੁੰਡਿਆਂ ਨੂੰ। ਲੇਕਿਨ ਉਹਨੇ ਜਿਹੜਾ ਕੀਤਾ ਬਹੁਤ ਮਾੜਾ। ਇਸ ਕਿਸਾਨਾਂ ਦੇ ਅੰਦੋਲਨ ਨੂੰ ਤਾਰਪੀੜੋ ਕਰਨ ਦਾ ਕੋਸ਼ਿਸ਼ ਕੀਤੀ ਹੈ। ਉਹ ਪੰਜਾਬ ਦਾ ਪੁੱਤ ਅਖਵਾ ਕੇ ਅਗਰ ਸਾਡੇ ਅੱਜ ਪੰਜਾਬ ਦੇ ਅੰਦੋਲਨ ਨੂੰ ਕੋਈ ਤਾਰਪੀੜੋ ਕਰਦਾ ਹੈ, ਉਹ ਪੰਜਾਬ ਦਾ ਸੱਚਾ ਸਪੂਤ ਕਹਾਉਣ ਦਾ ਹੱਕਦਾਰ ਨਹੀਂ ਜੀ। ਇਹ ਉਹਨਾਂ ਨੇ ਮਤਲਬ ਬਹੁਤ ਗਲਤ ਕੀਤਾ ਹੈ ਔਰ ਇਹ ਉਹਨਾਂ ਦਾ ਮਤਲਬ ਫੈਸਲਾ ਗਲਤ ਹੈ। ਸਰ ਤੁਹਾਡੇ ਤੇ ਸਵਾਲ ਚੁੱਕੇ ਸੀ ਉਹਨਾਂ ਨੇ, ਤੁਹਾਡੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ, ਉਹ ਕਹਿੰਦੇ ਜੀ ਜਦੋਂ ਵੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਸਰਕਾਰਾਂ ਦੇ ਨਾਲ ਹੁੰਦੀ ਹੈ ਉਹ ਇੱਕ ਬੰਦ ਕਮਰੇ ਦੇ ਵਿੱਚ ਹੋ ਜਾਂਦੀ ਹੈ, ਉਹਨੂੰ ਨਸ਼ਰ ਨਹੀਂ ਕੀਤਾ ਜਾਂਦਾ। ਇਉਂ ਨਹੀਂ ਹੋਣਾ ਚਾਹੀਦਾ। ਕਹਿੰਦੇ ਮੈਂ ਇਸ ਕਰਕੇ ਇਸ ਚੀਜ਼ ਦਾ ਵਿਰੋਧ ਕਰਦਾ ਕਿ ਮੈਂ ਜੋ ਵੀ ਕਰੂੰਗਾ, ਜਾਂ ਮੈਨੂੰ ਆਰਐਸਐਸ ਦਾ ਫੋਨ ਆਇਆ, ਇਹ ਜਨਤਕ ਤੌਰ ਤੇ ਬੈਠ ਕੇ ਮੈਂ ਸਭ ਦੇ ਵਿੱਚ ਬੈਠ ਕੇ ਗੱਲ ਕਰੂੰਗਾ ਕਿ ਅਸਲ 'ਚ ਉਹ ਕਹਿ ਕੀ ਰਹੇ ਆ ਤੇ ਸਾਡਾ ਜਵਾਬ ਕੀ ਹੋਣਾ ਚਾਹੀਦਾ। ਕਹਿੰਦੇ ਕਿਸਾਨ ਜਥੇਬੰਦੀਆਂ ਇਸ ਦੇ ਵਿੱਚ ਹਮੇਸ਼ਾ ਘਾਟਾ ਖਾਂਦੀਆਂ ਰਹੀਆਂ, ਕਿਸਾਨ ਜਥੇਬੰਦੀਆਂ ਨੇ ਕਿਤੇ ਨਾ ਕਿਤੇ ਹਨੇਰੇ 'ਚ ਰੱਖਿਆ। ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਉਹੀ ਮੁੰਡਾ ਕਿਸਾਨ ਜਥੇਬੰਦੀਆਂ ਦੇ ਲੰਬੇ ਇਤਿਹਾਸ ਨੂੰ ਜੇ ਜਾਣਦਾ ਸੀ ਵੀ ਕਿਸਾਨ ਜਥੇਬੰਦੀਆਂ ਬੰਦ ਕਮਰਿਆਂ 'ਚ ਫੈਸਲੇ ਲੈਂਦੀਆਂ ਤਾਂ ਉਹਨੂੰ ਸਾਡੇ ਇਸ ਫੈਸਲੇ ਮਤਲਬ ਆ ਕੇ ਸਾਡਾ ਸਮਰਥਨ ਕਰਨਾ ਹੀ ਨਹੀਂ ਚਾਹੀਦਾ ਸੀ, ਸਭ ਤੋਂ ਪਹਿਲੀ ਗੱਲ। ਦੂਸਰੀ ਗੱਲ ਹੈ ਹੁਣ ਉਹ ਸਮਰਥਨ ਕਰ ਗਏ। ਸਮਰਥਨ ਕਰਨ ਤੋਂ ਬਾਅਦ ਅਗਰ ਕੋਈ ਸਾਡੀ ਸਰਕਾਰ ਨਾਲ ਮੀਟਿੰਗ ਹੋਈ ਹੈ, ਉਹ ਅਸੀਂ ਇਹਨੂੰ ਵਿਸ਼ਵਾਸ 'ਚ ਲਏ ਤੋਂ ਬਗੈਰ ਜਾਂ ਕਿਤੇ ਬੰਦ ਕਮਰੇ 'ਚ ਹੋ ਗਈ ਜਾਂ ਕਿਸਾਨਾਂ ਦਾ ਨੁਕਸਾਨ ਹੋ ਗਿਆ ਤਾਂ ਉਹ ਇਹ ਕਰ ਸਕਦਾ ਸੀ ਨਾ, ਉਹ ਖੁੱਲ੍ਹਾ ਸੀ, ਫਿਰ ਕਰ ਸਕਦਾ ਸੀ ਵੀ ਇਹਨਾਂ ਨੇ ਫੈਸਲਾ ਗਲਤ ਲਿਆ। ਉਦੋਂ ਅਗਲੀ ਗੱਲ, ਅਗਰ ਸਾਡੀ ਮੀਟਿੰਗ ਵਿੱਚ ਦੀ ਕੋਈ ਹੋਈ ਹੁੰਦੀ, ਅਸੀਂ ਜਿਹੜਾ ਐਕਸ਼ਨ ਕਰਿਆ ਵਾ ਸੀ, ਅਸੀਂ ਉਸ ਐਕਸ਼ਨ ਦੇ ਵਿੱਚ ਕੋਈ ਤਬਦੀਲੀ ਕਰਦੇ, ਕੋਈ ਇਹਨੂੰ ਐਂ ਲੱਗਦਾ ਵੀ ਐਕਸ਼ਨ ਸਖਤ ਕਰਨਾ ਚਾਹੀਦਾ ਸੀ, ਇਹ ਢਿੱਲਾ ਕਰ ਗਏ, ਫਿਰ ਵੀ ਹੋ ਸਕਦਾ ਸੀ। ਐਕਸ਼ਨ ਸੇਮ ਹੈ ਜਿਹੜਾ ਉਸ ਤਰੀਕ ਨੂੰ ਦਿੱਤਾ ਹੈ, ਉਹ ਐਕਸ਼ਨ ਹਜੇ ਚੱਲਿਆ ਹੈ, ਸ਼ੁਰੂ ਹੀ ਹੋਇਆ ਹੈ। ਅਗਲੇ ਦਿਨ ਤੋਂ ਐਕਸ਼ਨ ਸ਼ੁਰੂ ਹੋਣਾ ਸੀ, ਉਹ ਐਕਸ਼ਨ ਨੇ ਪਹਿਲੀ ਤਰੀਕ ਨੂੰ ਸ਼ੁਰੂ ਹੋਣਾ ਸੀ। ਇਸ ਬੰਦੇ ਨੇ 30 ਤਰੀਕ ਨੂੰ ਜਾ ਕੇ ਮਤਲਬ ਐਲਾਨ ਕਰਤਾ ਕਿ ਮੈਂ ਸ਼ੰਭੂ ਮਤਲਬ ਆ ਕਰਨ ਜਾ ਰਿਹਾ, ਪੱਕਾ ਮੋਰਚਾ ਲਾ ਰਿਹਾ। ਇਹਦਾ ਮਤਲਬ ਇਹ ਹੈ ਕਿ ਉਹ ਜਾਂ ਤਾਂ ਪਲਾਨ ਹੋ ਕੇ ਆਇਆ ਸੀ, ਜਾਂ ਜੇ ਆ ਬੈਠਾ ਸਾਡੇ ਵਿੱਚ ਉਹਨੂੰ ਲੱਗਿਆ, ਮਗਰਲਿਆਂ ਨੂੰ ਕਿਸੇ ਨੂੰ ਜਿਹੜੇ ਉਹਦੇ ਮਾਲਕ ਸੀ ਉਹਨਾਂ ਨੂੰ ਹੋ ਸਕਦਾ ਇਹ ਲੱਗਿਆ ਹੋਵੇ ਵੀ ਤੂੰ ਗਲਤ ਥਾਂ 'ਤੇ ਚਲਿਆ ਗਿਆ ਔਰ ਇੱਥੋਂ ਉਹਨੂੰ ਮਤਲਬ ਵਾਪਸ ਮੋੜਨਾ ਹੈ। ਵਾਪਸ ਮੋੜਨ ਲਈ ਉਹਦੇ ਕੋਲ ਐਲਾਨ ਕਰਵਾਇਆ, ਇਹ ਉਹ ਜਾਣਦਾ, ਇਹ ਉਹ ਦੱਸ ਸਕਦਾ। ਹੁਣ ਆਪਾਂ ਉਹਦੇ ਬਾਰੇ ਕੋਈ ਦੱਸ ਤਾਂ ਸਕਦਾ ਨਹੀਂ ਵੀ ਉਹ ਕਿਉਂ ਕੀਤਾ ਨੇ, ਲੇਕਿਨ ਗਲਤ ਕੀਤਾ ਉਹ ਮੁੰਡੇ ਨੇ। ਇਹ ਵੱਡੇ ਪੱਧਰ ਤੇ ਸਾਡਾ ਗਵਾਂਢੀ ਸੂਬਾ ਹਰਿਆਣਾ, ਉੱਥੇ ਵੀ ਵੱਡਾ ਅੰਦੋਲਨ ਛਿੜਿਆ ਹੋਇਆ। ਸਾਡੇ ਵਾਂਗੂ ਉਹਨਾਂ ਨੇ ਵੀ ਸੜਕਾਂ ਜਾਮ ਕੀਤੀਆਂ, ਸਾਡੇ ਵਾਂਗੂ ਹੀ ਉਧਰ ਸਰਕਾਰ ਦਾ ਵਿਰੋਧ ਹੋ ਰਿਹਾ ਕਿਉਂਕਿ ਉੱਥੇ ਤਾਂ ਬੀਜੇਪੀ ਦੀ ਸਰਕਾਰ ਹੈ। ਉਹਨਾਂ ਦਾ ਅੰਦੋਲਨ ਕਿਤੇ ਨਾ ਕਿਤੇ ਉੱਥੇ ਵੱਡੇ ਪੱਧਰ ਤੇ ਕਰਨਾ ਵੀ ਬਣਦਾ। ਕੀ ਹਰਿਆਣੇ ਦੇ ਨਾਲ ਜਾਂ ਫਿਰ ਹੋਰ ਜਿਹੜੀਆਂ ਕਿਸਾਨ ਜਥੇਬੰਦੀਆਂ ਬਾਕੀ ਸੂਬਿਆਂ ਦੇ ਵਿੱਚ ਵੀ ਬੈਠੀਆਂ, ਉਹਨਾਂ ਦੇ ਨਾਲ ਤੁਹਾਡਾ ਕੋਈ ਗੱਲਬਾਤ ਹੋਈ ਹੈ ਕਿ ਸਾਂਝੇ ਤੌਰ ਤੇ ਇਸ ਮੂਵਮੈਂਟ ਨੂੰ ਲਿਜਾਇਆ ਜਾਵੇ, ਅੰਤਰਰਾਸ਼ਟਰੀ ਪੱਧਰ ਤੇ ਇਹ ਮੂਵਮੈਂਟ ਨੂੰ ਲਿਜਾਇਆ ਜਾਵੇ? ਇਸ ਸੰਬੰਧ ਦੇ ਵਿੱਚ ਹਰਿਆਣੇ ਵਾਲਿਆਂ ਨੇ ਕੱਲ੍ਹ ਉਹਨਾਂ 'ਤੇ ਲਾਠੀਚਾਰਜ ਹੋਇਆ। ਹਰਿਆਣੇ ਦੇ ਕਿਸਾਨ ਇਹਨਾਂ ਬਿੱਲਾਂ ਨੂੰ ਮਤਲਬ ਖਾਰਜ ਕਰਵਾਉਣ ਵਾਸਤੇ ਉਹ ਪ੍ਰੋਟੈਸਟ ਕਰ ਰਹੇ ਹਨ, ਉੱਥੇ ਕਿਸਾਨਾਂ ਦੇ ਲਾਠੀਚਾਰਜ ਹੋਇਆ। ਅਸੀਂ ਅੱਜ ਮਤਾ ਪਾ ਕੇ ਪਾਸ ਕੀਤਾ ਅੱਜ ਦੀ ਮੀਟਿੰਗ ਦੇ ਵਿੱਚ ਕਿ ਉਹ ਜਿਹੜਾ ਸਾਡੇ ਕਿਸਾਨਾਂ ਦੇ ਉੱਤੇ ਧੱਕਾ ਹੋਇਆ, ਉਹਨਾਂ ਦੇ ਲਾਠੀਚਾਰਜ ਹੋਇਆ, ਉਹਦੇ ਅਸੀਂ ਪੱਖ ਦੇ ਵਿੱਚ, ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ 2 ਘੰਟੇ ਲਈ ਪਰਸੋਂ ਪੂਰੇ ਪੰਜਾਬ ਦੇ ਰੇਲਵੇ ਟਰੈਕ ਜਾਮ ਕਰਾਂਗੇ। ਔਰ ਉਹ ਸਾਡੇ ਸੀ ਉਹਨਾਂ ਨਾਲ ਤਾਲਮੇਲ ਹੈ ਤੇ ਤਾਂ ਹੀ ਹੈ ਨਾ। ਅਗਲੀ ਗੱਲ ਹੈ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ, ਸਮੇਂ ਦੇ ਵਿੱਚ, ਕਿਉਂਕਿ ਜਿਹੜਾ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਕੱਠੇ ਕਰਨਾ, ਉਹ ਕਿੱਥੇ ਕੇਰਲਾ, ਕਰਨਾਟਕਾ, ਤਾਮਿਲਨਾਡੂ ਹੈ। ਉਹਨਾਂ ਕਿਸਾਨਾਂ ਨੂੰ ਅੱਜ ਟ੍ਰੇਨ ਦੀ ਪ੍ਰੋਬਲਮ ਵੀ ਆ ਰਹੀ, ਟ੍ਰੇਨਾਂ ਨਹੀਂ ਚੱਲ ਰਹੀਆਂ, ਉਹਨਾਂ ਨੇ ਆਉਣਾ ਸਾਡੇ ਕੋਲੇ। ਔਰ ਲੱਗਦਾ ਮੈਨੂੰ ਕਿ ਉਹਨਾਂ ਨਾਲ ਮੇਰੀ ਅੱਜ ਹੀ ਤੜਕੇ ਗੱਲ ਹੋ ਕੇ ਹਟੀ ਹੈ ਕਿ ਮੀਟਿੰਗ ਸਾਡੇ ਇੱਥੇ ਹੋਣੀ ਤੈਅ ਹੈ। ਰਾਸ਼ਟਰੀ ਕਿਸਾਨ ਮਹਾਸੰਘ ਦੀ ਪੂਰੇ ਭਾਰਤ ਦੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਆਪਣੇ ਚੰਡੀਗੜ੍ਹ ਦੇ ਵਿੱਚ ਹੋਣੀ ਤੈਅ ਹੈ, ਲੇਕਿਨ ਡੇਟ ਕਿਹੜੀ ਤੈਅ ਕਰਦੇ ਹਾਂ ਅਸੀਂ, ਉਹ ਅਸੀਂ ਇੱਕ ਦੇ ਦਿਨ ਦੇ ਵਿੱਚ ਫਿਕਸ ਕਰ ਦਿਆਂਗੇ ਔਰ ਉਹ ਸਾਰੇ ਦੇਸ਼ ਦੇ ਕਿਸਾਨ ਸਾਡੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਆ ਰਹੇ ਹਨ। ਸਰ ਸਿਆਸੀ ਜਥੇਬੰਦੀਆਂ ਬਹੁਤ ਵੱਡੇ ਅੰਦੋਲਨ ਆਪਣੇ ਵੱਲੋਂ ਛੇੜੇ ਹੋਏ ਆ। ਉਹਨਾਂ ਨੇ ਅਕਾਲੀ ਦਲ ਨੇ ਬਹੁਤ ਵੱਡਾ ਇੱਕ ਕਾਰ ਮਾਰਚ ਕੀਤਾ, ਸ਼ਕਤੀ ਪ੍ਰਦਰਸ਼ਨ ਕੀਤਾ, ਚੰਡੀਗੜ੍ਹ ਆ ਕੇ ਉਹਨਾਂ ਤੇ ਲਾਠੀਚਾਰਜ ਵੀ ਹੁੰਦਾ। ਕਾਂਗਰਸ ਦੇ ਵੱਲੋਂ ਆਪਣੀ ਹਾਈ ਕਮਾਂਡ ਦਾ ਸਹਾਰਾ ਲਿਆ ਜਾਂਦਾ। ਰਾਹੁਲ ਗਾਂਧੀ ਆਉਂਦੇ ਆ, ਕਹਿੰਦੇ ਅਸੀਂ ਕਿਸਾਨਾਂ ਦੇ ਹੱਕ 'ਚ ਖੜਾਂਗੇ, ਜਦੋਂ ਸਾਡੀ ਸਰਕਾਰ ਆ ਜੂਗੀ ਅਸੀਂ ਇਹਨਾਂ ਨੂੰ ਰੱਦ ਕਰ ਦਿਆਂਗੇ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਗ੍ਰਾਮ ਸਭਾਵਾਂ ਬੁਲਾਈਆਂ, ਅਸੀਂ ਉਹਨਾਂ ਨੂੰ ਗਾਈਡ ਕਰ ਰਹੇ ਹਾਂ, ਗ੍ਰਾਮ ਸਭਾਵਾਂ ਤੋਂ ਅਸੀਂ ਮਤੇ ਪਾਵਾਂਗੇ, ਸੁਪਰੀਮ ਕੋਰਟ ਦਾ ਰੁਖ ਕਰਾਂਗੇ। ਤਿੰਨਾਂ ਪਾਰਟੀਆਂ ਦੇ ਇਹਨਾਂ ਐਕਸ਼ਨਾਂ ਨੂੰ ਕਿਵੇਂ ਦੇਖਦੇ ਹੋ? ਦੇਖੋ ਇਹ ਹੁੰਦਾ ਹੈ ਰਾਜਨੀਤਿਕ ਪਾਰਟੀਆਂ ਦੀਆਂ ਆਪਸੀ ਰਾਜਸੀ ਗਿਣਤੀਆਂ ਮਿਣਤੀਆਂ। ਜਿਹੜਾ ਅਕਾਲੀ ਦਲ ਨੇ ਯੂ ਟਰਨ ਲਿਆ ਆਪਾਂ ਦੇਖਿਆ ਹੀ ਹੈ। ਪਹਿਲਾਂ ਤਾਂ ਇਹੀ ਅਕਾਲੀ ਦਲ ਇਹਦੇ ਹੱਕ 'ਚ ਭੁਗਤਦਾ ਰਿਹਾ ਔਰ ਲੋਕਾਂ ਨੂੰ ਸਮਝਾਉਣ ਦਾ ਯਤਨ ਵੀ ਕਰਦਾ ਰਿਹਾ।
ਅੱਜ ਉਹੀ ਅਕਾਲੀ ਦਲ ਯੂ ਟਰਨ ਲੈ ਕੇ ਕਿਸਾਨਾਂ ਦੇ ਹੱਕ 'ਚ ਖੜਨ ਦੀ ਗੱਲ ਕਰਦਾ ਹੈ। ਇਹ ਉਹਨਾਂ ਨੂੰ ਕੋਈ ਨਾ ਕਿਤੇ ਮਹਿਸੂਸ ਹੋ ਗਿਆ ਕਿ ਕਿਸਾਨ ਉੱਠ ਖੜਿਆ, ਕਿਸਾਨ ਅੰਦੋਲਨ ਕਰ ਰਿਹਾ ਹੈ। ਅਗਰ ਅਸੀਂ ਅੱਜ ਕਿਸਾਨ ਦੇ ਨਾਲ ਨਹੀਂ ਖੜਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਵੋਟ ਬੈਂਕ ਜਾ ਸਕਦੀ ਹੈ। ਔਰ ਇਹੀ ਗੱਲ ਹੁਣ ਕਾਂਗਰਸ ਨੂੰ ਲੱਗ ਰਹੀ ਹੈ ਕਿ ਅਸੀਂ ਅੱਜ ਕਿਸਾਨਾਂ ਦੀ ਗੱਲ ਨਾ ਕੀਤੀ, ਨਹੀਂ ਤਾਂ ਕਾਂਗਰਸ ਦੀ ਸਰਕਾਰ ਆ ਪੰਜਾਬ 'ਚ, ਇੱਥੇ ਉਹਨਾਂ ਦਾ ਰੈਲੀਆਂ ਕੱਢਣ ਦਾ ਕੀ ਕੰਮ? ਉਹਨਾਂ ਦਾ ਤਾਂ ਜੇ ਪ੍ਰੋਟੈਸਟ ਕਰਨਾ ਬਣਦਾ, ਕੋਈ ਗੱਲ ਕਰਨੀ ਬਣਦੀ ਤਾਂ ਫਿਰ ਤਾਂ ਦਿੱਲੀ ਤੇ ਜਾ ਕੇ ਕਰ ਸਕਦੇ ਆ। ਇੱਥੇ ਤਾਂ ਉਹਨਾਂ ਦੀ ਕੋਈ ਤੁਕ ਹੀ ਨਹੀਂ ਬਣਦੀ ਔਰ ਉਹਨਾਂ ਨੇ ਉਹ ਵੀ ਡਰਾਮੇਬਾਜ਼ੀ ਕੀਤੀ। ਤਾਂ ਰਹੀ ਗੱਲ ਮਤਲਬ ਸਾਡੇ ਪੋਲੀਟੀਕਲ ਬੰਦੇ ਜੋ ਵੀ ਕੁਝ ਕਰ ਰਹੇ, ਜਿਵੇਂ ਹੁਣ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਕੇਜਰੀਵਾਲ ਦਾ ਇੱਕ ਵੀ ਬਿਆਨ ਨਹੀਂ ਆਇਆ ਅਜੇ ਤੱਕ ਇਹਨਾਂ ਆਰਡੀਨੈਂਸਾਂ ਦੇ ਉੱਤੇ। ਤਾਂ ਇਹ ਥੱਲੇ ਮਤਲਬ ਗ੍ਰਾਮ ਸਭਾਵਾਂ ਦੇ ਮਤਿਆਂ ਦੇ, ਠੀਕ ਹੈ ਮੈਂ ਮੰਨਦਾ ਗ੍ਰਾਮ ਸਭਾ ਦਾ ਮਤਾ ਜਿਹੜਾ ਉਹ ਅਹਿਮੀਅਤ ਰੱਖਦਾ, ਬਹੁਤ ਵੱਡੀ ਵੈਲਿਊ ਉਹਦੀ, ਉਹ ਠੀਕ ਆ ਗੱਲ ਉਹਨਾਂ ਦੀ, ਬਟ ਉਹਨਾਂ ਦਾ ਨੇਤਾ ਇੱਕ ਵੀ ਸ਼ਬਦ ਇਹਦੇ ਅਗੇਂਸਟ ਮਤਲਬ ਬੋਲਣ ਨੂੰ ਤਿਆਰ ਨਹੀਂ। ਤਾਂ ਫਿਰ ਅਸੀਂ ਕਿਵੇਂ ਮੰਨਾਂਗੇ ਵੀ ਇਹ ਕਿਸਾਨ ਹਿਤੈਸ਼ੀ ਹੈ? ਇਹ ਸਭ ਜੋ ਕੁਝ ਹੋ ਰਿਹਾ, ਜੇ ਹੁਣ ਕੈਪਟਨ ਸਾਹਿਬ ਕਿਸਾਨ ਹਿਤੈਸ਼ੀ ਹੁਣ ਰੈਲੀਆਂ ਕੱਢ ਰਹੇ ਹੈ ਤਾਂ ਇਹਨਾਂ ਨੇ ਸਾਡੇ ਨਾਲ ਪਿਛਲੀ 29 ਤਰੀਕ ਨੂੰ ਇੱਥੇ ਮੀਟਿੰਗ ਹੋਈ ਹੈ, ਉਸ ਮੀਟਿੰਗ ਦੇ ਵਿੱਚ ਇਹ ਗੱਲ ਮੰਨੀ ਸੀ ਕੈਪਟਨ ਸਾਹਿਬ ਨੇ ਕਿ ਅਸੀਂ ਬਹੁਤ ਜਲਦੀ ਆਪਣਾ ਸਪੈਸ਼ਲ ਸੈਸ਼ਨ ਬੁਲਾ ਕੇ ਇਹ ਮਤਾ ਪਾ ਕੇ ਮਤਾ ਪਾਸ ਕਰਾਂਗੇ ਔਰ ਭੇਜਾਂਗੇ ਛੇਤੀ ਸਰਕਾਰ ਕੋਲੇ। ਲੇਕਿਨ ਹੁਣ ਕੀ ਕਹਿਣਾ ਸ਼ੁਰੂ ਕਰਤਾ, ਕਰੋਨਾ ਕਰਕੇ ਮਤਾ ਨਹੀਂ ਪਾਇਆ ਜਾ ਸਕਦਾ, ਇਹ ਜਦੋਂ ਕਰੋਨਾ ਠੰਡਾ ਪਿਆ ਕੁਝ ਘਟਿਆ ਫਿਰ ਕਰਾਂਗੇ। ਜਦੋਂ ਕੱਲ ਰੈਲੀ ਕੱਢੀ ਹੈ ਉਦੋਂ ਕਰੋਨਾ ਹੈ ਨਹੀਂ ਸੀ, ਇਸੇ ਕਾਂਗਰਸ ਨੇ ਜਦੋਂ ਰੈਲੀ ਕੱਢੀ ਆ ਉਦੋਂ ਕਰੋਨਾ ਹੈ ਨਹੀਂ ਸੀ, ਲੇਕਿਨ ਸਾਡੇ ਏਜੰਡੇ ਵੇਰੀ ਸਾਡੇ ਮਤੇ ਵੇਰੀ ਉਹਨਾਂ ਕੋਲੇ ਮਤਲਬ ਕਰੋਨਾ ਦੀ ਪ੍ਰੋਬਲਮ ਹੈ। ਤਾਂ ਇਹ ਤਾਂ ਬੜਾ ਕਲੀਅਰ ਹੈ ਕਿ ਸੋਚ ਸਾਰਿਆਂ ਦੀ ਕਿਸਾਨ ਪੱਖੀ ਨਹੀਂ ਹੈ, ਸਿਰਫ ਰਾਜਨੀਤੀ ਹੋ ਰਹੀ ਹੈ, ਰਾਜਨੀਤੀ ਕਰ ਰਹੇ ਹੈ, ਸਾਡੇ ਨਾਲ ਮਤਲਬ ਸਾਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਤੋਂ ਸਿਵਾ ਹੋਰ ਕੁਝ ਨਹੀਂ ਹੈ। ਕਿ ਆਮ ਆਦਮੀ ਪਾਰਟੀ ਜਿਸ ਤਰੀਕੇ ਗ੍ਰਾਮ ਸਭਾਵਾਂ ਬੁਲਾ ਕੇ ਮਤੇ ਪਵਾ ਰਹੀ ਹੈ, ਪਿੰਡ ਪਿੰਡ ਜਾ ਰਹੇ ਆ ਉਹਨਾਂ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਜੇ ਇਸ ਤਰ੍ਹਾਂ ਦੇ ਮਤੇ ਉਹ ਪੂਰੇ ਪਿੰਡ 'ਚੋਂ ਪੂਰੇ ਪੰਜਾਬ 'ਚੋਂ ਪਵਾ ਵੀ ਲੈਂਦੇ ਆ ਪਿੰਡਾਂ ਦੇ ਵਿੱਚੋਂ, ਸੁਪਰੀਮ ਕੋਰਟ ਦਾ ਰੁਖ ਵੀ ਕਰਦੇ ਆ, ਕੀ ਕਿਸਾਨ ਇਸ ਦਾ ਸਮਰਥਨ ਕਰੇਗਾ? ਬਿਲਕੁਲ ਨਹੀਂ, ਪਾਰਟੀ ਦਾ ਸਮਰਥਨ ਨਹੀਂ ਕਰਨ ਵਾਲੀ ਗੱਲ ਸਾਡੇ ਕੋਈ, ਆਮ ਕਿਸਾਨ ਇੰਡੀਪੈਂਡੈਂਟ ਹੈ, ਸਾਡੀਆਂ ਜਥੇਬੰਦੀਆਂ ਬਣੀਆਂ ਹੋਈ ਹੈ ਕਿ ਅਸੀਂ ਕਿਸੇ ਰਾਜਨੀਤਿਕ ਪਾਰਟੀ ਦਾ ਸਮਰਥਨ ਨਹੀਂ ਕਰਦੇ, ਬਿਲਕੁਲ ਨਹੀਂ ਕਰਦੇ। ਕਿਸਾਨ ਇੰਡੀਪੈਂਡੈਂਟ ਆ, ਕਿਸੇ ਨੂੰ ਵੋਟ ਪਾਉਣ ਲਈ ਵੀ ਨਹੀਂ ਕਹਿੰਦੇ ਵੀ ਇਹਨੂੰ ਨਾ ਪਾ ਇਹਨੂੰ ਪਾ ਇਹਨੂੰ ਨਾ ਪਾ, ਬਿਲਕੁਲ ਨਹੀਂ ਕਹਿੰਦੇ ਅਸੀਂ। ਕਿਸਾਨ ਫਰੀ ਆ, ਜਿਹਨੂੰ ਮਰਜ਼ੀ ਵੋਟ ਪਾਵੇ, ਜਿਹੜਾ ਕਿਸਾਨਾਂ ਨੂੰ ਚੰਗਾ ਲੱਗੂ ਕਿਸਾਨ ਨੂੰ ਵੋਟ ਪਾ ਲੂਗਾ। ਲੇਕਿਨ ਸਾਡੇ ਵੱਲੋਂ ਮਤਲਬ ਅਸੀਂ ਜਿਹੜਾ ਮਤਾ ਪਾ ਰਹੇ ਹਾਂ ਉਹਨੂੰ ਅਸੀਂ ਠੀਕ ਮੰਨਦੇ ਹਾਂ ਔਰ ਉਹਦਾ ਅਸੀਂ ਸਮਰਥਨ ਕਰਦੇ ਹਾਂ ਜਿਹੜਾ ਉਹ ਮਤਾ ਪਾ ਕੇ ਦੇ ਰਹੇ ਹਾਂ। ਬਹੁਤ ਧੰਨਵਾਦ। ਤਾਂ ਇਹ ਸਨ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ, ਜਿਨ੍ਹਾਂ ਨੇ ਸਪਸ਼ਟ ਕਰਤਾ ਹੈ ਕਿ ਸਾਨੂੰ ਬੁਲਾਵਾ ਸਰਕਾਰ ਦੇ ਵੱਲੋਂ ਤਾਂ ਆਇਆ ਹੀ ਨਹੀਂ, ਸਾਨੂੰ ਤਾਂ ਖੇਤੀਬਾੜੀ ਦੇ ਸਕੱਤਰ ਦੇ ਵੱਲੋਂ ਇੱਕ ਚਿੱਠੀ ਭੇਜੀ ਗਈ ਹੈ ਤੇ ਲਿਖਿਆ ਇਹ ਹੈ ਕਿ ਮੈਂ ਨਿੱਜੀ ਤੌਰ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਇਸ ਬਿੱਲਾਂ ਦੇ ਰਿਗਾਰਡਿੰਗ ਸਮਝਾਉਣਾ ਹੈ, ਗੱਲਬਾਤ ਕਰਨੀ ਹੈ। ਉਹ ਕਹਿੰਦੇ ਸਾਨੂੰ ਮਨਜ਼ੂਰ ਨਹੀਂ, ਅਸੀਂ ਇਹ ਜਿਹੜਾ ਕੱਲ ਦਾ ਬੁਲਾਵਾ ਹੈ ਕੇਂਦਰ ਦਾ ਇਹ ਅਸੀਂ ਰੱਦ ਕਰਦੇ ਹਾਂ, ਨਹੀਂ ਜਾਵਾਂਗੇ। ਅਗਲੇ ਸੰਘਰਸ਼ ਦੀ ਰੂਪਰੇਖਾ ਦੇ ਤੌਰ ਤੇ ਉਹਨਾਂ ਨੇ ਦੱਸਿਆ ਹੈ ਕਿ 2 ਦਿਨ ਬਾਅਦ ਜਿੰਨੇ ਵੱਡੇ ਹਾਈਵੇ ਹੈ ਜਾਮ ਕੀਤੇ ਜਾਣਗੇ। ਇਸ ਮੂਵਮੈਂਟ ਨੂੰ ਅੰਤਰਰਾਸ਼ਟਰੀ ਪੱਧਰ ਤੇ ਲੈ ਕੇ ਜਾਣ ਦੇ ਵਾਸਤੇ ਬਹੁਤ ਜਲਦ ਜਿਹੜੀ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਮੀਟਿੰਗ ਵੀ ਜਲਦ ਹੋਏਗੀ। ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਦੇ ਵੱਲੋਂ ਇਹ ਬੁਲਾਵਾ ਨਾ ਭੇਜਣਾ, ਭਾਜਪਾ ਦੇ ਵੱਲੋਂ ਵਾਰ-ਵਾਰ ਬੁਲਾਵਾ ਭੇਜਣਾ ਕਿ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ, ਇਹ ਅੰਦੋਲਨ ਕਿਸ ਤਰ੍ਹਾਂ ਦਾ ਰਹਿੰਦਾ ਹੈ ਤੇ ਅੰਦੋਲਨ ਦੀ ਰੂਪਰੇਖਾ ਕੀ ਰਹਿੰਦੀ ਹੈ, ਅੰਦੋਲਨ ਕਿਸ ਤਰਫ ਜਾਂਦਾ ਹੈ ਤੇ ਕਿਸਾਨਾਂ ਨੂੰ ਇਸ ਦਾ ਫਾਇਦਾ ਮਿਲਦਾ ਹੈ ਜਾਂ ਨਹੀਂ ਮਿਲਦਾ। ਕੈਮਰਾ ਪਰਸਨ ਡਿੰਪੀ ਡੋਗਰਾ ਦੇ ਨਾਲ ਰਵੀ ਸੰਗਰਾਹੁਰ, ਵਿਜ਼ਨ ਪੰਜਾਬ ਟੀਵੀ, ਚੰਡੀਗੜ੍ਹ।